ਸੰਗਤ ਏਡ ਮੈਡੀਕਲ ਕੇਅਰ ਫੰਡ ਨਾਲ ਜੁੜੀਆਂ ਹੋਈਆਂ ਸਮੂਹ ਸੰਗਤਾਂ ਗੁਰਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਕਿ ਆਪ ਸਭ ਸੰਗਤਾਂ ਨੂੰ ਪਤਾ ਹੀ ਹੈ ਕਿ ਸੰਗਤ ਏਡ ਮੈਡੀਕਲ ਕੇਅਰ ਫੰਡ ਦਾ ਇਹ ਉਦਮ ਉਪਰਾਲਾ ਰਹਿੰਦਾ ਹੈ ਕਿ ਵੱਖ-ਵੱਖ ਨਗਰਾਂ ਪਿੰਡਾਂ ਦੇ ਵਿੱਚ ਜਾ ਕੇ ਜਿੱਥੇ ਗਰੀਬ ਗੁਰਬਾ ਲੋੜਵੰਦ ਪਰਿਵਾਰ ਮੈਡੀਕਲ ਸਹੂਲਤ ਤੋਂ ਵਾਂਝਾ ਹੁੰਦਾ ਹੈ, ਸੰਗਤ ਜੀ ਆਪ ਜੀ ਦੇ ਸਹਿਯੋਗ ਦੇ ਨਾਲ ਉਹਨਾਂ ਦੀ ਸਹਾਇਤਾ ਕੀਤੀ ਜਾਂਦੀ ਹੈ। ਸੋ ਅੱਜ ਅਸੀਂ ਆਏ ਹੋਏ ਹਾਂ ਸ਼ਹਿਰ ਪੱਟੀ, ਜਿਹਨੂੰ 9 ਲੱਖਾ ਸ਼ਹਿਰ ਵੀ ਕਿਹਾ ਜਾਂਦਾ ਸੀ। ਇੱਥੇ ਭੈਣ ਪਲਵਿੰਦਰ ਕੌਰ ਜੀ ਹਨ, ਜਿਨ੍ਹਾਂ ਦੇ ਕਿ 7 ਕੁ ਸਾਲ ਪਹਿਲਾਂ ਪਰਿਵਾਰਕ ਜੋ ਦੱਸਦੇ ਹਨ, ਕਹਿੰਦੇ ਕਿ 7 ਕੁ ਸਾਲ ਪਹਿਲਾਂ ਸਿਰ ਦਾ ਸਾਈਂ ਭਾਈ ਸਾਹਿਬ ਵੀਰ ਪਰਮਜੀਤ ਸਿੰਘ ਜੋ ਕਿ ਅਕਾਲ ਚਲਾਣਾ ਕਰ ਗਏ ਸਨ, ਅਤੇ ਇੱਕ ਉਹਨਾਂ ਦੀ ਛੋਟੀ ਬੱਚੀ ਹੈ ਜੀ 12 ਕੁ ਸਾਲ ਦੀ। ਅਤੇ ਅੱਜ ਅਸੀਂ ਉਹਨਾਂ ਦੇ ਘਰ ਪਹੁੰਚੇ ਹਾਂ ਕਿ ਕੀ ਹਾਲਾਤ ਨੇ ਪਰਿਵਾਰ ਦੇ ਅਤੇ ਕਿਵੇਂ ਦਾ ਮਾਹੌਲ ਹੈ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਸਭ ਤੋਂ ਪਹਿਲਾਂ ਮੈਂ ਆਪ ਜੀ ਤੋਂ ਪੁੱਛਣਾ ਚਾਹੁੰਦਾ ਹੈ ਕਿ ਕਿੰਨਾ ਕੁ ਸਾਲ ਹੋ ਗਿਆ ਇਹ ਭਾਜੀ ਹੁਣਾਂ ਨੂੰ ਇਸ ਅਕਾਲ ਚਲਣ ਫਾਨੀ ਦੁਨੀਆ ਤੋਂ ਰੁਖਸਤ ਹੋਏ, ਅਤੇ ਪਰਿਵਾਰ ਦੇ ਕਿਹੋ ਜਿਹੇ ਹਾਲਾਤ ਨੇ? ਹਾਂਜੀ ਵੀਰ ਜੀ, ਇਹ ਨਾ ਮੇਰਾ 2009 ਦੇ ਵਿੱਚ ਵਿਆਹ ਹੋਇਆ ਸੀ ਜੇ, ਅਤੇ 2014 ਦੇ ਵਿੱਚ 14 ਫਰਵਰੀ ਦੇ ਵਿੱਚ ਜਨਵਰੀ ਦੇ ਵਿੱਚ ਪੂਰੇ ਹੋ ਗਏ ਸੀ। ਇਹਨਾਂ ਦੀ ਡੈਥ ਹੋ ਗਈ ਸੀ ਕਿਉਂਕਿ ਦਾਰੂ ਦੂਰੂ ਪੀਂਦੇ ਸੀ, ਅਤੇ ਮਤਲਬ ਇਲਾਜ ਬਹੁਤ ਕਰਾਇਆ ਸੀ ਮੇਰੇ ਸਹੁਰਿਆਂ ਵੱਲੋਂ। ਇਹ ਨਹੀਂ ਕਿ ਕਹਿੰਦੀ ਮੈਂ ਵੀ ਮੇਰੇ ਸਹੁਰਿਆਂ ਨੇ ਇਲਾਜ ਨਹੀਂ ਕਰਾਇਆ, ਇਲਾਜ ਕਰਾਇਆ ਸੀ ਸਹੁਰਿਆਂ ਨੇ। ਜਦੋਂ ਪੂਰੇ ਹੋ ਗਏ ਅਤੇ ਉਹਨਾਂ ਨੇ ਮੁੜ ਕੇ ਮੈਨੂੰ ਘਰ 'ਚੋਂ ਹਿੱਸਾ ਨਹੀਂ ਦਿੱਤਾ। ਕਹਿੰਦੇ ਵੀ ਬੇਟੀ ਤੁਹਾਡੀ ਬੇਟੀ ਆ, ਜੇ ਬੇਟਾ ਹੁੰਦਾ ਤਾਂ ਮੈਂ ਹਿੱਸਾ ਦਿੰਦੇ। ਅਤੇ ਇਸ ਕਰਕੇ ਮੈਂ ਬਾਅਦ ਵਿੱਚ ਵੀ ਮੇਰੇ ਜਿਹੜੇ ਪੇਕੇ ਪਰਿਵਾਰ ਸੀ ਉਹ ਮੈਨੂੰ ਲੈ ਗਏ ਸੀ ਆਪਣੇ, ਉਹਦੇ ਪੇਕੇ ਪਰਿਵਾਰ ਮੈਨੂੰ ਲੈ ਗਏ। ਬਾਅਦ 'ਚ ਮੈਂ 7 ਸਾਲ ਇਸ ਤਰ੍ਹਾਂ ਕੱਟੇ ਕਿ ਕਦੀ ਮੈਂ 10 ਦਿਨ ਆਪਣੀ ਭੈਣ ਕੋਲ ਛੋਟੀ ਕੋਲ ਰਹਿਣਾ, ਵੱਡੀ ਕੋਲ, ਕਦੀ 10 ਦਿਨ ਮੈਂ ਦੂਜੀ ਦੀਦੀ ਕੋਲ ਰਹਿਣਾ। ਸਾਰੀ ਦੁਨੀਆ ਨੂੰ ਪਤਾ ਮੈਂ ਇੰਨੀਆਂ ਠੋਕਰਾਂ ਖਾਧੀਆਂ, ਪਰਮਾਤਮਾ ਕਿਸੇ ਨੂੰ ਨਾ ਖਵਾਵੇ। ਬਾਅਦ ਵਿੱਚ ਮੈਨੂੰ ਮੇਰੇ ਭੈਣ ਭਰਾਵਾਂ ਨੇ ਸਾਥ ਦਿੱਤਾ, ਥੋੜ੍ਹੇ ਥੋੜ੍ਹੇ ਪੈਸੇ ਇਕੱਠੇ ਕਰ ਕਰਕੇ ਦਿੱਤੇ, ਕਿਉਂਕਿ ਮੈਂ ਉਹ ਵਾਪਸ ਕਰਨਾ ਚਾਹੁੰਦੀ ਉਹਨਾਂ ਨੂੰ। ਮੈਂ ਮਿਹਨਤ ਕਰਦੀ, 7-8 ਘਰਾਂ ਦਾ ਕੰਮ ਕਰਦੀ ਹਾਂ। ਮੈਂ ਸਵੇਰ 8 ਵਜੇ ਤੋਂ ਉੱਠ ਜਾਂਦੀ। ਆਪਦੀ ਬੇਟੀ ਮੇਰੀ 10 ਸਾਲ ਦੀ 11-12 ਸਾਲ ਦੀ ਬੇਟੀ ਆ ਮੇਰੀ, ਉਹਨਾਂ ਨੂੰ ਮੈਂ ਲੈ ਜਾਂਦੀ ਕੰਮ 'ਤੇ। ਸਾਰੀ ਦਿਹਾੜੀ ਮੈਂ ਕੰਮ ਕਰਦੀ ਹਾਂ, 2-2:30 ਵਜੇ ਆਉਂਦੀ ਹਾਂ, ਅਤੇ ਫਿਰ ਮਤਲਬ ਆਪਣਾ ਘਰ ਦਾ ਖਰਚਾ ਚਲਾਉਂਦੀ ਹਾਂ। ਭੈਣ ਜੀ ਇੱਕ ਗੱਲ ਹੋਰ ਇੱਥੇ ਮੈਂ ਪੁੱਛਣੀ ਸੀ ਕਿ ਫਿਰ ਕਿੰਨੇ ਕੁ ਪੈਸੇ ਤੁਹਾਨੂੰ ਮਿਲਦੇ ਨੇ ਜਿਹੜਾ ਤੁਸੀਂ ਘਰਾਂ ਦੇ ਵਿੱਚ ਬਾਹਰ ਕੰਮ ਕਰਦੇ ਜੀ? ਹਾਂਜੀ, ਉਹ ਮਿਲ ਹੀ ਜਾਂਦਾ ਮੈਨੂੰ 2-2.5 ਰੁਪਈਆ, ਮਤਲਬ 7-8 ਘਰਾਂ ਦੇ ਵਿੱਚੋਂ ਮੈਨੂੰ ਮਿਲ ਜਾਂਦਾ ਵਾ। 2-2.5 ਦੇ ਨਾਲ ਮੈਂ ਸਾਰਿਆਂ ਦੇ ਪੈਸੇ ਵੀ ਜੋੜਦੀ, ਘਰ ਦਾ ਖਰਚਾ ਵੀ ਕਰਦੀ, ਅਤੇ ਆਪਣੀ ਬੇਟੀ ਬਾਰੇ ਵੀ ਸੋਚਦੀ ਜੀ। ਜਿਵੇਂ ਅੱਜ ਦੇ ਸਮੇਂ ਦੇ ਵਿੱਚ ਭੈਣ ਜੀ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਹੈ, ਹਾਂਜੀ ਘਰ ਦੇ ਜਿੰਨੇ ਵੀ ਜੀ ਕਮਾਉਂਦੇ ਹੋਣ ਤੇ ਉਨੇ ਹੀ ਥੋੜ੍ਹੇ ਆ, ਹਾਂਜੀ। ਫਿਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਕਿਵੇਂ ਸਾਰਾ ਮੈਨੇਜ ਕਰਦੇ ਜੀ? ਇਹ ਤੁਹਾਨੂੰ ਪਤਾ ਹੀ, ਫਿਰ ਮੈਂ ਕਮੇਟੀ ਇੱਕ ਪਾਈ ਆ, ਉਹ ਕਮੇਟੀ ਥੋੜ੍ਹੀ ਥੋੜ੍ਹੀ ਕਰਕੇ ਦੇ ਦਿੰਦੀ ਆ। ਜਦੋਂ ਮੇਰੇ ਕੋਲ ਨਹੀਂ ਤਾਰਦੀ ਫਿਰ ਮੇਰੇ ਭੈਣ ਭਰਾ ਮੇਰੀ ਸਹਾਇਤਾ ਕਰਦੇ, ਆ ਦਿੰਦੇ ਜੇ ਅਸੀਂ ਤਾਰ ਦਿੰਦੇ ਹਾਂ। ਜਦੋਂ ਘਰ ਦਾ ਖਰਚਾ ਨਹੀਂ ਮੇਰੇ ਕੋਲ ਚੱਲਦਾ, ਕਈ ਵਾਰ ਮੈਂ ਉਹਨਾਂ ਨੂੰ ਫੋਨ ਕਰ ਦਿੰਦੀ ਹਾਂ ਵੀ ਮਤਲਬ ਮੇਰੇ ਕੋਲ ਖਰਚਾ ਨਹੀਂ ਹੈਗਾ, ਇਸ ਕਰਕੇ ਕਰਦੇ ਆ, ਉਹ ਖਰਚਾ ਦੇ ਕੇ ਜਾਂਦੇ ਮੈਨੂੰ। ਜਿੱਥੇ ਅੱਜ ਧੀਆਂ ਹਰ ਮੁਕਾਮ ਦੇ ਉੱਪਰ ਮੁੰਡਿਆਂ ਤੋਂ ਅੱਗੇ ਨੇ, ਉੱਥੇ ਹਾਲੇ ਵੀ ਇਸ ਦੁਨੀਆ ਦੇ ਵਿੱਚ ਇਹੋ ਜਿਹੇ ਲੋਕ ਵਸ ਰਹੇ ਹਨ ਕਿ ਜਿਹੜੇ ਧੀਆਂ ਨੂੰ ਮਾੜਾ ਸਮਝਦੇ ਨੇ। ਪਹਿਲਾਂ ਤਾਂ ਉਹਨਾਂ ਲੋਕਾਂ ਦੀ ਮੈਂ ਮਾਨਸਿਕਤਾ ਨੂੰ ਹੁਣ ਕੀ ਕਹਾਂ, ਵਾਹਿਗੁਰੂ ਇਹੋ ਜਿਹੇ ਲੋਕਾਂ ਨੂੰ ਸਮੱਤ ਬਖਸ਼ੇ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਜੇ ਤੁਹਾਡਾ ਬੇਟਾ ਹੁੰਦਾ ਅਤੇ ਫਿਰ ਅਸੀਂ ਤੁਹਾਨੂੰ ਹਿੱਸਾ ਦੇਣਾ ਸੀ ਜੋ ਜ਼ਮੀਨ ਜਾਇਦਾਦ ਦੇ ਵਿੱਚੋਂ, ਅਤੇ ਪਰ ਤੁਹਾਡੀ ਬੇਟੀ ਹੈ ਅਤੇ ਅਸੀਂ ਉਹਨਾਂ ਨੂੰ ਕੀ ਦੇਣਾ ਹੈ। ਪਰ ਕਮ ਸੇ ਕਮ ਮੈਂ ਸੰਗਤ ਜੀ ਇਹ ਗੱਲ ਉਹਨਾਂ ਲੋਕਾਂ ਨੂੰ ਜ਼ਰੂਰ ਆਪ ਜੀ ਦੇ ਰਾਹੀਂ ਕਹਿਣਾ ਚਾਹੁੰਦਾ ਕਿ ਇੱਕ ਪੁੱਤਰ ਨੂੰ ਤਾਂ ਹੀ ਅਸੀਂ ਵਧੀਆ ਮੰਨਦੇ ਹਾਂ ਕਿਉਂਕਿ ਉਹਨੇ ਵੱਡਾ ਹੋ ਕੇ ਕਮਾਈ ਕਰਕੇ ਅਤੇ ਆਪਣੇ ਪਰਿਵਾਰ ਨੂੰ ਪਾਲਣਾ ਹੁੰਦਾ ਹੈ, ਕਿ ਧੀ ਦਾ ਕੋਈ ਫਰਜ਼ ਨਹੀਂ ਬਣਦਾ। ਇੱਥੋਂ ਤੱਕ ਕਿ ਜਦੋਂ ਅਸੀਂ ਸਮਾਜ ਦੇ ਵਿੱਚ ਵਿਚਰੀਏ ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਅਤੇ ਇਹ ਗੱਲ ਕਹੀ ਜਾਂਦੀ ਕਿ ਜਿੰਨੀਆਂ ਧੀਆਂ ਆਪਣੇ ਮਾਂ ਪਿਓ ਦਾ ਸਾਥ ਦਿੰਦੀਆਂ ਨੇ ਉਹਨਾਂ ਪੁੱਤ ਨਹੀਂ ਦਿੰਦੇ। ਸੋ ਗੁਰਮੁਖ ਪਿਆਰਿਓ, ਇਹ ਸਾਨੂੰ ਸਮਝਣ ਦੀ ਲੋੜ ਹੈ ਗੁਰੂ ਰੂ ਪਿਆਰੀ ਸਾਧ ਸੰਗਤ ਜੀ ਕਿ ਅੱਜ ਧੀਆਂ ਹਰ ਖੇਤਰ ਦੇ ਵਿੱਚ ਮੁੰਡਿਆਂ ਤੋਂ ਅੱਗੇ ਨੇ, ਅਤੇ ਇਹੋ ਜਿਹਿਆਂ ਲੋਕਾਂ ਨੂੰ ਅਤੇ ਗੁਰੂ ਸਾਹਿਬ ਹੀ ਸਮੱਤ ਬਖਸ਼ਣ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਧੀ ਹੁੰਦੀ, ਪੁੱਤ ਹੁੰਦਾ ਤੁਹਾਡਾ ਅਤੇ ਅਸੀਂ ਜ਼ਰੂਰ ਤੁਹਾਨੂੰ ਜ਼ਮੀਨ ਜਾਇਦਾਦ ਦੇ ਵਿੱਚੋਂ ਹਿੱਸਾ ਦਿੰਦੇ, ਪਰ ਤੁਹਾਡੀ ਧੀ ਸੀ। ਕਿ ਧੀਆਂ ਦੇ ਖਰਚੇ ਨਹੀਂ ਹੁੰਦੇ, ਕੱਲ੍ਹ ਨੂੰ ਇਹਨੂੰ ਪੜ੍ਹਾਉਣਾ ਲਿਖਾਉਣਾ ਵਿਆਹੁਣਾ ਵਾ, ਅਗਲੇ ਘਰ ਦੇ ਵਿੱਚ ਭੇਜਣਾ ਵਾ, ਕਿ ਉਹਨਾਂ ਦੇ ਜਿਵੇਂ ਭੈਣ ਜੀ ਹੁਣੀ ਕਹਿੰਦੇ ਨੇ ਕਿ 8-7 ਘਰਾਂ ਦਾ ਮੈਂ ਇਕੱਲੀ ਹੀ ਕੰਮ ਕਰਦੀ ਹਾਂ,
ਤੇ ਫਿਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿੱਥੇ ਇੰਨਾ ਵਿਖੜੇ ਹਾਲਾਤ ਹੋਣ ਤੇ ਕਿਵੇਂ ਆਪਣੇ ਆਪ ਨੂੰ ਵੀ ਸਾਂਭਣਾ ਤੇ ਇੱਕ ਛੋਟੀ ਜੀ ਬੱਚੇ ਦੀ ਜ਼ਿੰਮੇਵਾਰੀ। ਇੱਥੇ ਭੈਣ ਜੀ ਮੈਂ ਇੱਕ ਗੱਲ ਆਪ ਜੀ ਨੂੰ ਹੋਰ ਪੁੱਛਣਾ ਚਾਹੁੰਦਾ ਵਾਂ ਕਿ ਫਿਰ ਭੈਣ ਜੀ ਹੁਣੀ ਛੋਟੀ ਜਿਹੜੀ ਬੱਚੀ ਹੈ ਤੁਹਾਡੀ ਤੇ ਇਹ ਕੀ ਨਾਲ ਦਾ ਪੜ੍ਹਦੇ ਨੇ? ਪੜ੍ਹਦੇ ਸੀ ਇਹ ਨਾ ਅੰਮ੍ਰਿਤਸਰ ਮੇਰੇ ਪੇਕੇ ਸੀ, ਉੱਥੇ ਮੇਰੀ ਬੇਟੀ ਪੜ੍ਹਦੀ ਸੀ। ਤੇ ਜਦ ਮੈਂ ਇਹ ਸੋਚਿਆ ਕਿ ਮੇਰੇ ਭਰਾ ਵੀ ਮਤਲਬ ਕਮਜ਼ੋਰ ਘਰੋਂ, ਮੈਂ ਵੇਖਿਆ ਵੀ ਮੇਰੇ ਭਰਾ ਦਾ ਵੀ ਮਤਲਬ ਖਰਚਾ ਨਹੀਂ ਚੱਲਿਆ ਜਾਂਦਾ। ਉਹਨਾਂ ਨੇ ਕਿਹਾ ਤਾਂ ਨਹੀਂ ਮੈਨੂੰ ਵੀ ਚੱਲ ਜਾ, ਪਰ ਮੈਨੂੰ ਇਹ ਹੀ ਮਹਿਸੂਸ ਹੋਇਆ ਵੀ ਮੇਰੇ ਭਰਾ ਮੇਰੇ ਖਰਚਾ ਵੀ ਆਪਣਾ ਵੀ ਚਲਾਉਂਦੇ ਤੇ ਮੇਰਾ ਵੀ ਚਲਾਉਂਦੇ। ਫਿਰ ਮੈਂ ਇਹੀ ਸੋਚਿਆ ਵੀ ਮੈਂ ਹੁਣ ਜੀ ਆਪਣੀ ਥੋੜ੍ਹੀ ਬਹੁਤੀ ਜਗ੍ਹਾ ਲਵਾਂਗੀ, ਮਿਹਨਤ ਕਰੂੰਗੀ, ਆਪਣੀ ਕੁੜੀ ਖੁਦ ਪੜ੍ਹਾਉਂਗੀ ਤੇ ਖੁਦ ਹੀ ਮਤਲਬ ਸਟੈਂਡ ਕਰੂੰਗੀ। ਇਸ ਕਰਕੇ ਮੈਂ ਘਰਾਂ ਦਾ ਕੰਮ ਇੱਥੇ ਆਣ ਕੇ ਕਰਨ ਡਿਆ ਵੀ ਥੋੜ੍ਹਾ ਚਿਰ ਮੈਂ ਕਿਰਾਏ 'ਤੇ ਕਮਰਾ ਲਿਆ ਸੀ, ਉੱਥੇ ਰਹੀ। ਉਸ ਤੋਂ ਬਾਅਦ 'ਚ ਮੈਨੂੰ ਮੇਰੇ ਭੈਣ ਭਰਾਵਾਂ ਨੇ ਕਿਹਾ ਵੀ ਜਵਾਨ ਕੁੜੀ ਆ, ਤੂੰ ਕਿੱਥੇ ਲੈ ਕੇ ਤੁਰੀ ਫਿਰੇਂਗੀ ਕਿਰਾਇਆਂ 'ਤੇ, ਅੱਜ ਕੱਲ੍ਹ ਸਮਾਂ ਨਹੀਂ ਹੈਗਾ। ਫਿਰ ਮੈਨੂੰ ਉਹਨਾਂ ਨੇ ਥੋੜ੍ਹੀ ਸਹਾਇਤਾ ਦਿੱਤੀ, ਮੈਨੂੰ ਜਗ੍ਹਾ ਬਣਾ ਕੇ ਦਿੱਤੀ। ਹਾਂ, ਮੈਂ ਅੱਜ ਜਿਨ੍ਹਾਂ ਕੋਲੋਂ ਜਗ੍ਹਾ ਲਈ ਆ ਉਹਨਾਂ ਦਾ ਵੀ ਕਰਜ਼ਾ ਦੇਣਦਾਰ ਆ, ਕਿਉਂਕਿ ਉਹਦਾ 80,000 ਰੁਪਈਆ ਹਜੇ ਮੇਰੇ ਰਹਿੰਦਾ ਵਾ ਦੇਣ ਵਾਲਾ। ਪਰ ਉਹ ਮੈਂ ਕਹਿੰਦੀ ਪ੍ਰਮਾਤਮਾ ਵਾਹਿਗੁਰੂ ਇਹੋ ਜਿਹਾ ਹਰ ਕਿਸੇ ਨੂੰ ਟਕਰਾਵੇ ਜਿਸ ਤਰ੍ਹਾਂ ਦਾ ਉਹਨਾਂ ਨੇ ਮੈਨੂੰ ਟਕਰਾਇਆ। ਜਿਨ੍ਹਾਂ ਕੋਲੋਂ ਮੈਂ ਜਗ੍ਹਾ ਲਿੱਤੀ ਆ ਉਹਨਾਂ ਨੇ ਮੈਨੂੰ ਵੀ ਮਤਲਬ ਜਿੱਦਣ ਜਗ੍ਹਾ ਲਿੱਤੀ ਹੈ ਨਾ ਉਦਣ ਮੈਨੂੰ ਸਾਰੀ ਰਜਿਸਟਰੀ ਕਰਾ ਕੇ ਕਹਿੰਦਾ ਪੁੱਤ ਤੂੰ ਸਹਿਜੇ ਕਰਕੇ ਮੇਰੇ ਪੈਸੇ ਲਟਾ ਦੀ। ਤੇ ਮੈਂ ਇਸ ਤਰ੍ਹਾਂ ਹੀ ਕਰਨ ਡਈ ਹਾਂ। ਹੁਣ ਮੈਂ ਮਿਹਨਤ ਕਰਦੀ ਹਾਂ ਤੇ ਉਹਦੇ ਥੋੜ੍ਹੇ ਕਰਕੇ ਪੈਸੇ ਦਿੰਦੀ ਪਈ ਹਾਂ। ਭੈਣ ਜੀ ਇੱਥੇ ਮੈਂ ਬੇਨਤੀ ਹੋਰ ਸੀ ਕਿ ਜਿਵੇਂ ਭੈਣ ਹੁਣ ਪੜ੍ਹਦੀ ਸਕੂਲ ਤੇ, ਕਿਉਂਕਿ ਕੋਵਿਡ ਦਾ ਕਰਕੇ ਹੁਣ ਬੰਦ ਹੀ ਚੱਲਣ ਡਏ ਨੇ ਤੇ ਜਿਹੜਾ ਆਨਲਾਈਨ ਕੰਮ ਉਹ ਫੋਨ ਤੇ ਹੁੰਦਾ, ਤੇ ਫਿਰ ਇਹ ਭੈਣ ਛੋਟੀ ਜਿਹੜੀ ਤੁਹਾਡੀ ਬੱਚੀ ਆ ਤੇ ਇਹ ਕਿਵੇਂ ਫਿਰ ਮਤਲਬ ਹੁਣ ਸਕੂਲ ਦਾ ਕੰਮ ਜਿਹੜਾ ਆਉਂਦਾ ਇਹ ਫੋਨ ਤੇ ਆਉਂਦਾ ਹੈ ਜਾਂ ਕਿੱਦਾਂ? ਨਹੀਂ ਵੀਰ ਜੀ, ਇਹ ਨਾ ਮੇਰੇ ਕੋਲ ਮੋਬਾਈਲ ਹੈਗਾ ਛੋਟਾ, ਤੇ ਇਸ ਕਰਕੇ ਵੀ ਮਤਲਬ ਮੇਰੀ ਬੇਟੀ ਗਵਾਂਢ ਦਾ ਨੰਬਰ ਦਿੱਤਾ ਸੀ ਤੇ ਉਹ ਇੱਥੋਂ ਦੂਰ ਚਲ ਗਏ ਆ, ਤੇ ਇਸ ਕਰਕੇ ਮੇਰੀ ਬੇਟੀ ਦਾ ਕੰਮ ਨਹੀਂ ਹੋ ਰਿਹਾ। ਵੀ ਕੰਮ ਉੱਥੇ ਹੀ ਹੋ ਗਿਆ, ਬੰਦ ਹੋ ਗਿਆ। ਜਿੱਥੇ ਥੋੜਾ ਕੁ ਚਿਰ ਕੀਤਾ ਤੇ ਉੱਥੇ ਬੰਦ ਹੋ ਗਿਆ। ਫੋਨ ਦੇ ਜ਼ਰੀਏ ਕੰਮ ਨਹੀਂ ਹੁੰਦਾ ਪਿਆ, ਨਾ ਫੋਨ ਹੋਣ ਕਰਕੇ। ਹਾਂਜੀ, ਤੇ ਇਸ ਕਰਕੇ ਮੇਰੇ ਨਾ ਮਤਲਬ ਇਹਨਾਂ ਦੀ ਪੇਪਰ ਵੀ ਲੰਘ ਗਏ। ਮੇਰੀ ਬੇਟੀ ਦੇ ਐਤਕੀ 6ਵੀਂ ਦੇ ਪੇਪਰ ਹੀ ਨਾ, ਸਾਨੂੰ ਪਤਾ ਨਹੀਂ ਲੱਗਾ ਵੀ। ਤੇ ਭੈਣ ਜੀ ਇਹ ਜਿਹੜੀ ਤੁਹਾਡੀ ਬੱਚੀ ਸਕੂਲੇ ਪੜ੍ਹਦੀ ਤੇ ਫਿਰ ਇਹਦਾ ਖਰਚਾ ਕਿੰਨਾ ਗਿਆ ਤੇ ਫਿਰ ਇਹ ਕਿਵੇਂ ਆਪ ਦਿੰਦੀ ਜੀ? ਇਹ ਹਜੇ ਤੱਕ ਤੇ ਕੋਈ ਖਰਚਾ ਨਹੀਂ ਮੇਰੇ ਕੋਲ ਲਿਆ ਕੰਨਿਆ ਸਕੂਲ ਵਾਲਿਆਂ ਨੇ, ਮਤਲਬ ਹਜੇ ਕੋਈ ਖਰਚਾ ਨਹੀਂ ਲਿਆ। ਉਹਨਾਂ ਯੂਨੀਫਾਰਮ ਵਗੈਰਾ ਮੈਨੂੰ ਉੱਦਾਂ ਹੀ ਦਿੱਤੀ ਆ ਤੇ ਮਤਲਬ ਫ੍ਰੀ ਇਹਦੀ ਐਡਮਿਸ਼ਨ ਕਰਾਈ। ਮੇਰੇ ਆਪਣੇ ਹਾਲਾਤ ਦੱਸ ਦਿੱਤੇ ਸੀ ਤੇ ਉਹਨਾਂ ਨੇ ਮੇਰੀ ਸਹਾਇਤਾ ਕੀਤੀ, ਇਹਨਾਂ ਨੇ ਫ੍ਰੀ ਐਡਮਿਸ਼ਨ ਹੋਈ ਆ। ਮੈਂ ਵੀਰ ਜੀ ਇੱਕ ਗੱਲ ਹੋਰ ਦੱਸਣਾ ਚਾਹੁੰਦੀ ਤੁਹਾਨੂੰ। ਮੇਰੇ ਨਾ ਜੇਠ ਦਾ ਮੁੰਡਾ ਵਾ, ਉਹਨੇ ਵੀ ਮਤਲਬ ਉਹਨਾਂ ਮੇਰਾ ਬਹੁਤ ਦੁੱਖ ਸੁੱਖ ਉਹਨੇ ਮੇਰਾ ਦੇਖਿਆ ਵਾ। ਮੈਂ ਵੀ ਉਹਦਾ ਜੋ ਵੀ ਮਤਲਬ ਮੈਂ ਵਿਆਹੀ ਗਈ ਸੀ ਨਾ ਉਸ ਘਰ ਵਿੱਚ, ਮੇਰੇ ਜੇਠ ਦੇ ਮੁੰਡੇ ਨੇ ਮੇਰੇ ਨਾਲ ਬਹੁਤ ਦੁੱਖ ਸੁੱਖ ਸਾਂਝਾ ਕੀਤਾ। ਤੇ ਜਦ ਮੈਂ ਆ ਵੀ ਗਈ ਹਾਂ ਨਾ ਬਾਅਦ ਵਿੱਚ ਵੀ, ਚੱਲ ਮਾਂ ਪਿਓ ਨੇ ਠੀਕ ਉਹਨਾਂ ਨੇ ਮੇਰੇ ਨਾਲ ਬੁਰਾ ਕੀਤਾ, ਪਰ ਮੈਂ ਇਹ ਕਹਿਣਾ ਚਾਹੁੰਦੀ ਹਾਂ ਵੀ ਉਹ ਮੁੰਡੇ ਨੇ ਅੱਜ ਵੀ ਮੇਰਾ ਦੁੱਖ ਸੁੱਖ ਕਈ ਵੰਡਦਾ ਵਾ। ਉਹਨੇ ਮੈਨੂੰ 20,000 ਰੁਪਈਆ ਮਤਲਬ ਦੇ ਦਿੱਤਾ, ਆਪਣੇ ਕੋਲੋਂ ਦੇ ਦਿੱਤਾ ਜਦੋਂ ਮੈਂ ਜਗ੍ਹਾ ਲਈ। ਤੇ ਕਹਿੰਦਾ ਚਾਚੀ ਤੂੰ ਨੌ ਉਹਦੀ ਨੇ ਤੇ ਉਹਨਾਂ ਨੇ ਦੋਨਾਂ ਨੇ 20,000 ਰੁਪਈਏ ਦੀ ਮਦਦ ਮੇਰੀ ਉਹਨਾਂ ਨੇ ਵੀ ਦਿੱਤੀ ਆ। ਮੈਂ ਕਹਿੰਦੀ ਇਹੋ ਜਿਹੇ ਪ੍ਰਮਾਤਮਾ, ਚਲ ਮਾਂ ਪਿਓ ਜਿਸ ਤਰ੍ਹਾਂ ਮਰਜ਼ੀ ਆ, ਬੇਟੇ ਇਹੋ ਜਿਹੇ ਹੋਣੇ ਚਾਹੀਦੇ ਆ ਜਿਹੜੇ ਬਾਅਦ ਵਿੱਚ ਵੀ ਆਪਣੇ ਚਾਚਾ ਨੂੰ ਜਿੰਦਾ ਸਮਝਣ। ਸੋ ਅਸੀਂ ਉਸ ਵੀਰ ਨੂੰ ਬਹੁਤ ਸ਼ਾਬਾਸ਼ ਧੰਨਵਾਦ ਕਰਦੇ ਹਾਂ ਕਿ ਜਿਨੇ ਇਸ ਵਿਖੜੇ ਹਾਲਾਤਾਂ ਦੇ ਵਿੱਚ, ਜਿੱਦਾਂ ਭੈਣ ਜੀ ਉਹਨਾਂ ਨੇ ਦੱਸਿਆ ਕਿ ਜਾਣ ਤੋਂ ਬਾਅਦ ਆਪਣੇ ਚਾਚੇ ਦੇ ਇਸ ਫਾਨੀ ਦੁਨੀਆ ਤੋਂ ਫਿਰ ਵੀ ਸਾਡੇ ਨਾਲ ਹਰ ਥਾਂ ਖਲੋਂਦੇ ਨੇ ਤੇ ਸਾਡਾ ਸਾਥ ਦਿੰਦੇ ਨੇ। ਸਲਾਮ ਹੈ ਇਹੋ ਜਿਹੇ ਨੌਜਵਾਨ ਵੀਰਾਂ ਨੂੰ ਜਿਹੜੇ ਕਿ ਆਪਣੇ ਬਜ਼ੁਰਗਾਂ ਦੀਆਂ ਜੋ ਵੀ ਗੱਲਾਂ ਪਿੱਛੇ ਹੋਈਆਂ ਉਹਨਾਂ ਨੂੰ ਛੱਡ ਕੇ ਤੇ ਇੱਕ ਨਵੀਂ ਲੀਹ ਪਾਉਂਦੇ ਨੇ। ਅੱਜ ਸੰਗਤ ਏਡ ਮੈਡੀਕਲ ਕੇਅਰ ਸੰਸਥਾ ਵੱਲੋਂ ਅੱਜ ਅਸੀਂ ਪੱਟੀ ਸ਼ਹਿਰ ਦੇ ਵਿੱਚ ਭੈਣ ਪਲਵਿੰਦਰ ਕੌਰ ਜੀ ਦੇ ਘਰ ਪਹੁੰਚੇ ਹਾਂ। ਭੈਣ ਜੀ ਉਹਨਾਂ ਨੂੰ ਪਿਛਲੇ 1-1.5 ਸਾਲ ਤੋਂ ਚਮੜੀ ਦਾ ਰੋਗ ਹੈ ਤੇ ਜਿੱਥੋਂ ਤੱਕ ਭੈਣ ਜੀ ਉਹਨਾਂ ਨੇ ਦੱਸੀ ਇਹ ਗੱਲ, ਕਹਿੰਦੇ ਨੇ ਕਿ ਜਿਹੜੀ ਦਵਾਈ ਆ ਇਹ ਘੱਟ ਤੋਂ ਘੱਟ 4 ਤੋਂ 5,000 ਰੁਪਏ ਦੀ ਮਹੀਨੇ ਦੀ ਆਵੇਗੀ। ਸੋ ਸੰਗਤ ਜੀ ਭੈਣ ਜੀ ਉਹਨਾਂ ਨੇ ਜਿਵੇਂ ਪਹਿਲਾਂ ਦੱਸਿਆ ਹੈ ਕਿ ਜਿਹੜਾ ਉਹ ਘਰਾਂ ਦੇ ਵਿੱਚ ਕੰਮ ਕਰਦੇ ਨੇ, ਆਪਣੀ ਮਿਹਨਤ ਮਜ਼ਦੂਰੀ ਕਰਦੇ ਨੇ, ਉਹ 2,500 ਰੁਪਈਆ ਮਿਲਦਾ ਹੈ। ਹੁਣ ਜੇ ਸੰਗਤ ਜੀ 2,500 ਦੇ ਵਿੱਚੋਂ 4-5,000 ਦੀ ਦਵਾਈ ਕਿਵੇਂ ਲੈ ਸਕਦੇ? ਉਨੀ ਤੇ ਇਹਨਾਂ ਦੀ ਆਮਦਨੀ ਆ ਜਿੰਨੀ ਇਹਨਾਂ ਦੀ ਬਿਮਾਰੀ 'ਤੇ ਖਰਚਾ ਲੱਗ ਜਾਣਾ। ਸੋ ਸੰਗਤ ਜੀ ਇਹ ਜਿਹੜੀਆਂ ਸੇਵਾਵਾਂ ਆਪ ਜੀ ਦੇ ਸਹਿਯੋਗ ਦੇ ਨਾਲ ਹੀ ਹੋ ਸਕਦੀਆਂ ਨੇ। ਸੋ ਸੰਗਤ ਜੀ ਤਾਂ ਹੀ ਆਪ ਜੀ ਦੇ ਅੱਗੇ ਇਹ ਗੁਹਾਰ ਲਾਈ ਜਾਂਦੀ ਹੈ ਕਿ ਵੱਧ ਤੋਂ ਵੱਧ ਸੰਗਤ ਏਡ ਮੈਡੀਕਲ ਕੇਅਰ ਫੰਡ ਦਾ ਆਪ ਸਾਥ ਦਿਓ ਤਾਂ ਜੋ ਹੋਰ ਗਰੀਬ ਗੁਰਬੇ ਲੋੜਵੰਦ ਦੀ ਅਸੀਂ ਬਾਂਹ ਫੜ ਸਕੀਏ। ਜਿਵੇਂ ਮਹਾਰਾਜ ਦੀ ਬਾਣੀ ਦਾ ਅਸੀਂ ਇਹ ਵਾਕ ਪੜ੍ਹਦੇ ਹਾਂ, ਖਾਵੇਂ ਖਰਚੇ ਰਲ ਮਿਲ ਭਾਈ, ਟੋਟ ਨਾ ਆਵੈ ਵਾਧੋ ਜਾਈ ਦੇ ਮਾਂ ਵਾਕਾਂ ਅਨੁਸਾਰ
ਸੰਗਤ ਜੀ, ਆਪ ਜੀ ਦੇ ਦਸਵੰਧ ਸਦਕਾ ਅਸੀਂ ਹੋਰ ਲੋੜਵੰਦਾਂ ਦੀ ਬਾਹ ਫੜ ਸਕਦੇ ਹਾਂ। ਸੋ ਭੈਣ ਜੀ, ਇੱਥੇ ਮੈਂ ਇੱਕ ਗੱਲ ਹੋਰ ਆਪ ਜੀ ਨੂੰ ਪੁੱਛਣਾ ਚਾਹੁੰਦਾ ਵਾਂ ਕਿ ਜਦੋਂ ਤੁਸੀਂ ਡਾਕਟਰ ਸਾਹਿਬ ਦੇ ਕੋਲ ਗਏ, ਉਹਨਾਂ ਨੇ ਤੁਹਾਨੂੰ ਦੱਸਿਆ ਹੋਣਾ ਕਿ ਇਹ ਰੋਗ ਹੈ ਜਿਹੜਾ ਅਗਾਂਹ ਵੱਧ ਸਕਦਾ ਵਾ, ਜਾਂ ਕਿੰਨਾ ਕੁ ਚਿਰ ਇਹਦੀ ਦਵਾਈ ਚੱਲੂਗੀ? ਹਾਂਜੀ ਵੀਰ ਜੀ, ਇਹ ਉਹਨਾਂ ਨੇ ਦੱਸਿਆ ਸੀ ਵੀ ਇਹ ਜਿਸ ਤਰ੍ਹਾਂ ਚਮੜੀ ਦਾ ਰੋਗ ਹੋ ਗਿਆ ਵਾ, ਇੱਕ ਤਾਂ ਹੋ ਗਿਆ ਇਹ ਖਾਰਸ਼ ਕਰਨ ਨਾਲ ਸਾਰੇ ਸਰੀਰ ਤੇ ਫੈਲਦਾ ਜਾਣ ਡਿਆ ਵਾ। ਇਹ ਅੱਗੇ ਵੀ ਅੱਗੇ ਵੱਧਦਾ ਜਾਏਗਾ, ਇਹ ਰੁਕਣਾ ਨਹੀਂ ਆ। ਤੇ ਜਿਸ ਤਰ੍ਹਾਂ ਤੁਹਾਡਾ ਕੋਈ ਘਰ ਦੇ ਵਿੱਚ ਜੀ ਆ, ਬੱਚਾ ਵਾ, ਉਹਨੂੰ ਵੀ ਮਤਲਬ ਇਹਦੇ ਨਾਲ ਉਹਨੂੰ ਵੀ ਹੋ ਸਕਦਾ, ਤੁਹਾਡੇ ਨਾਲ ਉਹਨੂੰ ਵੀ ਹੋ ਸਕਦਾ, ਬੱਚੇ ਨੂੰ ਵੀ। ਬੱਚੇ ਦੇ ਤੌਲੀਏ ਸਾਬਣ ਵਗੈਰਾ ਵੱਖਰੇ ਰੱਖੋ ਤੇ ਜਿੰਨਾ ਵੀ ਪਰਹੇਜ਼ ਹੋ ਸਕਦਾ ਓਨਾ ਕਰੋ। ਤੇ ਇਹ ਉਹਨਾਂ ਨੇ ਕਿਹਾ ਸੀ ਵੀ ਮਤਲਬ ਦਵਾਈ ਤੁਸੀਂ ਲੰਬੀ ਖਾਣੀ ਆ, ਇਹ ਨਹੀਂ ਆ ਵੀ ਤੁਸੀਂ ਠੀਕ ਵੀ ਹੋ ਜਾਓ ਤੇ ਤੁਸੀਂ ਦਵਾਈ ਛੱਡ ਦਿਓ। ਇਹ ਉਹਨਾਂ ਨੇ ਮੈਨੂੰ, ਡਾਕਟਰ ਸਾਹਿਬ ਕੋਲ ਮੈਂ ਗਈ ਤੇ ਡਾਕਟਰ ਸਾਹਿਬ ਨੇ ਇਹ ਗੱਲ ਕੀਤੀ ਵੀ ਤੁਸੀਂ ਮਹੀਨੇ ਦੀ 5000 ਦੀ ਦਵਾਈ ਆਏਗੀ ਤੁਹਾਡੀ, ਤੇ ਇਹ ਤੁਸੀਂ ਸਾਲ ਹਰਾ ਦਵਾਈ ਖਾ ਸਕਦੇ ਹੋ ਤੇ ਬਾਅਦ ਵਿੱਚ ਫਿਰ ਮੈਨੂੰ ਆਣ ਕੇ ਦਿਖਾਇਓ। ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਭੈਣ ਜੀ ਨਵਰੋਜ਼ ਕੌਰ ਖਾਲਸਾ ਜੀ ਸਾਡੇ ਨਾਲ ਮੌਜੂਦ ਨੇ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਰਾ ਜੀ, ਸਭ ਤੋਂ ਵੱਡੀ ਮੇਨ ਗੱਲ ਤੇ ਇਹ ਆ ਕਿ ਲੇਡੀਜ਼ ਦੇ ਲਈ ਸ਼ੁਰੂ ਤੋਂ ਲੈ ਕੇ ਅੱਜ ਤੱਕ ਬਹੁਤ ਕੁਝ ਹੁੰਦਾ ਆਇਆ ਹੈ। ਆਪਣੀ ਫੈਮਿਲੀ ਤੋਂ ਲੈ ਕੇ ਪਿਛੋਕੜ, ਮਤਲਬ ਕਿ ਮਾਂ ਪਿਓ ਤੋਂ ਲੈ ਕੇ ਬਾਅਦ 'ਚ ਸਹੁਰੇ ਪਰਿਵਾਰ ਦੇ ਵਿੱਚ ਬਹੁਤ ਕੁਛ ਚੱਲਦੀ ਹੈ, ਠੀਕ ਹੈ। ਪਰ ਅਗਰ ਅੱਜ ਦੇ ਯੂਥ ਨੂੰ ਲੈ ਕੇ ਚੱਲੀਏ ਤੇ ਸਾਨੂੰ, ਸਾਡੇ ਵਰਗ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ। ਬਿਕੋਜ਼ ਇਸ ਟਾਈਮ ਤੇ ਇਕੱਲੇ ਹੋ ਚੁੱਕੇ ਆ, ਕੋਈ ਸਹਾਰਾ ਨਹੀਂ ਹੈ, ਠੀਕ ਹੈ। ਬੱਚੇ ਵੀ ਅਜੇ ਛੋਟੇ ਆ ਇਹਨਾਂ ਦੇ ਸਹੁਰੇ ਪਰਿਵਾਰ ਨੇ ਇਹਨਾਂ ਨੂੰ ਕੋਈ ਜ਼ਮੀਨ ਜਾਇਦਾਦ ਦੇ ਵਿੱਚੋਂ ਹਿੱਸਾ ਨਹੀਂ ਦਿੱਤਾ। ਉਹਦਾ ਕਾਰਨ ਕੀ ਸੀ ਕਿ ਤੁਹਾਡਾ ਕੋਈ ਬੇਟਾ ਨਹੀਂ ਹੈ, ਤੁਹਾਡੀ ਬੇਟੀ ਹੈ। ਸੋ ਇਹੋ ਜਿਹੇ ਲੋਕਾਂ ਦੀ ਮਾਨਸਿਕਤਾ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਸਾਡੀ ਦਰਅਸਲ ਸੋਚ ਤੇ ਪਰਦਾ ਪਿਆ ਹੋਇਆ ਵਾ, ਜਿਹੜੀ ਸੋਚ ਵਿੱਚੋਂ ਸਾਨੂੰ ਗੁਰੂ ਸਾਹਿਬ ਨੇ ਬਾਹਰ ਕੱਢਿਆ ਸੀ, ਮਤਲਬ ਕਿ ਧੀਆਂ ਦਾ ਸਤਿਕਾਰ ਕਰਨਾ, ਠੀਕ ਆ, ਪੁੱਤਰਾਂ ਵਾਂਗੂ ਪਿਆਰ ਕਰਨਾ, ਗੁਰੂ ਮਹਾਰਾਜ ਖੁਦ ਕਹਿ ਗਏ ਨੇ, ਠੀਕ ਆ ਨਾ। ਮਤਲਬ ਕਿ ਇੱਕ ਸਾਨੂੰ ਇਕੁਅਲ ਜਿਹੜਾ ਰੱਖਿਆ ਹੋਇਆ ਸੀ ਬॉयਜ਼ ਦਾ ਔਰ ਗਰਲਜ਼ ਦਾ, ਠੀਕ ਆ। ਕੋਈ ਵੀ ਧੀ ਪੁੱਤ ਸਾਨੂੰ ਬਰਾਬਰ ਮੰਨਿਆ ਜਾਂਦਾ ਸੀ। ਅੱਜ ਤੋਂ ਥੋੜ੍ਹੇ ਸਮੇਂ ਪਹਿਲਾਂ ਵੇਖੀਏ ਤੇ ਮਤਲਬ ਕਿ ਜਿਹੜੇ ਪੁਰਾਣੇ ਬਜ਼ੁਰਗ ਸੀ, ਅੱਜ ਕੱਲ੍ਹ ਉਹਨਾਂ ਕੋਲ ਵੀ ਕੋਈ ਬੈਠਣਾ ਪਸੰਦ ਨਹੀਂ ਕਰ ਰਿਹਾ, ਠੀਕ ਆ। ਉਹਨਾਂ ਕੋਲ ਬੈਠ ਕੇ ਬੱਚਾ ਬਹੁਤ ਸਾਰੀਆਂ ਸਿੱਖਿਆਵਾਂ ਹਾਸਲ ਕਰ ਸਕਦਾ ਵਾ। ਬਾਅਦ ਵਿੱਚ ਉਹੀ ਸਿੱਖਿਆਵਾਂ ਬੱਚੇ ਨੇ ਗਾਂ ਵਿਆਹ ਕਰਵਾਉਣਾ ਹੈ, ਉਹਨਾਂ ਨੇ ਵੀ ਗਾਂ ਫਿਰ ਮਾਂ-ਬਾਪ ਬਣਨਾ, ਗਾਂ ਉਹਨਾਂ ਦੇ ਵੀ ਬੱਚੇ ਹੋਣੇ ਆ, ਉਹਨਾਂ ਦੇ ਵੀ ਗਾਂ ਧੀਆਂ ਪੁੱਤ ਹੋਣੇ ਹੀ ਹੋਣੇ ਆ, ਠੀਕ ਆ ਨਾ। ਬਟ ਅਗਰ ਅਸੀਂ ਆਪਣੀ ਉਹ ਓਲਡ ਏਜ ਜਿਹੜੀ ਸਾਡੀ ਕੈਟਾਗਰੀ ਅਸੀਂ ਉਹਨੂੰ ਦੇਖਾਂਗੇ ਹੀ ਨਹੀਂ, ਸਾਡੀ ਉਹ ਇਨਸਾਨੀਅਤ ਅੱਜ ਦੇ ਸਮੇਂ ਵਿੱਚ ਬਿਲਕੁਲ ਮਰ ਚੁੱਕੀ ਹੈ ਸਾਡੇ ਅੰਦਰੋਂ। ਪਹਿਲਾਂ ਜਦੋਂ ਇੱਕ ਘਰ ਦੇ ਵਿੱਚ ਮਤਲਬ ਕਿ ਕਿਸੇ ਦਾ ਕੋਠਾ ਪੈਂਦਾ ਹੁੰਦਾ ਸੀ ਤੇ ਬਾਕੀ ਕਹਿ ਦਿੰਦੇ ਹੁੰਦੇ ਸੀ ਵੀ ਚਲੋ ਬਈ ਉਸਦੇ ਘਰੇ ਕੋਠਾ ਪੈਣ ਦਿਆ ਵਾ ਜਾਂ ਕੋਈ ਕੰਮ ਹੋਣ ਜਾ ਰਿਹਾ ਵਾ ਤੇ ਚਲੋ ਬਈ ਨਾਲ ਜਾ ਕੇ ਬਾਟੇ ਚਕਾ ਦਿੰਦੇ ਆ। ਸਾਡੇ ਮਤਲਬ ਕਿ ਪਿਛੋਕੜ ਜਿਹੜਾ ਸਾਡਾ ਇੰਨਾ ਪਿਆਰਾ ਸੀ ਤੇ ਇੰਨਾ ਜ਼ਿਆਦਾ ਪਿਆਰ ਸੀ ਉਸ ਪਰਿਵਾਰ ਦੇ ਵਿੱਚ, ਲਾਗੇ ਆਂਢ ਗੁਆਂਢ ਦੇ ਵਿੱਚ ਇੰਨਾ ਜ਼ਿਆਦਾ ਪਿਆਰ ਸੀ। ਅੱਜ ਕੱਲ੍ਹ ਉਹ ਪਿਆਰ ਖਤਮ ਹੋ ਗਿਆ ਵਾ। ਬੱਚੇ ਮਾਡਰਨ ਐਰਾ ਨੂੰ ਲੈ ਕੇ ਟੈਕਨੋਲੋਜੀ ਵੱਧਦੀ ਜਾ ਰਹੀ ਆ, ਠੀਕ ਹੈ, ਜਿਵੇਂ ਅਸੀਂ ਜਾਣਦੇ ਹੀ ਹਾਂ। ਉਸ ਚੀਜ਼ ਨੂੰ ਲੈ ਕੇ ਉਹ ਬਜ਼ੁਰਗਾਂ ਕੋਲ ਬਹਿਣਾ ਪਸੰਦ ਨਹੀਂ ਕਰਨਾ ਚਾਹੁੰਦੇ। ਉਸ ਦੇ ਨਾਲ ਨਾਲ ਉਹਨਾਂ ਦੀ ਉਹ ਸੋਚ ਖਤਮ ਹੋਈ ਜਾ ਰਹੀ ਆ। ਕਈਆਂ ਦੇ ਗ੍ਰੈਂਡਫਾਦਰ ਜਾਂ ਗ੍ਰੈਂਡ ਮਦਰ ਮਤਲਬ ਕਿ ਗੁਰੂ ਇਤਿਹਾਸ ਨੂੰ ਪੜ੍ਹਨਾ ਨਹੀਂ ਚਾਹੁੰਦੇ ਤੇ ਉਹ ਫਿਰ ਗਾਂ ਬੱਚੇ ਨੂੰ ਸਿੱਖਿਆ ਕੀ ਦੇਣਗੇ। ਇੱਥੇ ਭੈਣ ਜੀ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਵਾਂ, ਜਿਵੇਂ ਕਿ ਹੁਣੇ ਭੈਣ ਜੀ ਹੁਣੀ ਗੱਲ ਕਰ ਰਹੇ ਸੀ, ਹਾਲੇ ਭੈਣ ਜੀ ਉਹਨਾਂ ਦਾ, ਪਲਵਿੰਦਰ ਕੌਰ ਉਹਨਾਂ ਦਾ ਇਲਾਜ ਸ਼ੁਰੂ ਨਹੀਂ ਹੋਇਆ ਤੇ ਇਹਨਾਂ ਨੇ ਅੱਗੇ ਦੱਸ ਪਾ ਵੀ ਦਿੱਤੀ ਏ ਕਿ ਮਤਲਬ ਮੇਰੇ ਭੈਣ ਜੀ ਹੋਣੀ ਤੇ ਉਹਨਾਂ ਦੇ ਹਸਬੈਂਡ ਦੇ ਲੱਤ ਦੇ ਵਿੱਚ ਪਲੇਟ ਪਈ ਆ ਤੇ ਉਹਨਾਂ ਦੀ ਵੀ ਸਹਾਇਤਾ ਕੀਤੀ ਜਾਵੇ। ਹੁਣ ਕਿੰਨੀ ਸੋਹਣੀ ਗੱਲ ਹੈ ਭੈਣੇ ਵੀ ਆਪਣਾ ਹਲੇ ਭਲਾ ਹੋਇਆ ਨਹੀਂ ਫਿਰ ਵੀ ਅਗਲੇ ਦੇ ਭਲੇ ਦੀ ਗੱਲ ਕਰਨਾ ਹੈ। ਇਹੋ ਜਿਹੇ ਲੋਕਾਂ ਬਾਰੇ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਜੀ? ਇਹੋ ਜਿਹੇ ਲੋਕਾਂ ਦੇ ਲਈ ਭਾਜੀ ਇਹੀ ਸੁਨੇਹਾ ਵਾ, ਕਿਉਂਕਿ ਜਿਹੜਾ ਇਨਸਾਨ ਜਿਹੜਾ ਮਿਹਨਤ ਕਰਕੇ ਅੱਗੇ ਵਧਿਆ ਹੋਵੇ, ਜਿਸ ਨੇ ਦੁੱਖ ਦੇਖੇ ਹੋਣ, ਤਕਲੀਫਾਂ ਦੇਖੀਆਂ ਹੋਣ, ਉਸ ਨੂੰ ਕਿਸੇ ਦਾ ਦੁੱਖ ਆਪਣਾ ਦੁੱਖ ਹੀ ਜਾਪਦਾ ਵਾ। ਸਭ ਤੋਂ ਜ਼ਿਆਦਾ ਇਹੀ ਹੈ ਕਿ ਜਿਹੜੇ ਯੂਥ ਵਾ ਉਹਨਾਂ ਦੀ ਸੋਚ ਨੂੰ ਹੁੰਗਾਰਾ ਦਿੱਤਾ ਜਾਵੇ। ਕੋਈ ਇਹੋ ਜਿਹਾ ਮਤਲਬ ਕਿ ਯੂਥ ਲੀਡਰ ਖੜਾ ਹੋਵੇ ਜਿਹੜਾ ਆਪਣੇ ਯੂਥ ਨੂੰ ਸਹੀ ਸੋਚ ਦੇਵੇ ਵੀ ਹਾਂ ਅਸੀਂ ਕਿਸੇ ਦੀ ਮਦਦ ਕਿਵੇਂ ਕਰਨੀ ਹੈ, ਅਗਰ ਕੋਈ ਦੁੱਖ ਤਕਲੀਫ ਵਿੱਚ ਹੈਗਾ ਵਾ ਤੇ ਉਸ ਦੀ ਸਹਾਇਤਾ ਕਿਵੇਂ ਕਰਨੀ ਹੈ। ਕਿਉਂਕਿ ਹਰ ਕੋਈ ਮੁਸ਼ਕਿਲਾਂ ਵਿੱਚੋਂ ਖੜਾ ਹੋਇਆ ਵਾ। ਸੁੱਖ ਸਾਰਿਆਂ ਨੂੰ ਨਹੀਂ ਇੱਕੋ ਵਾਰੀ ਮਿਲਦਾ, ਦੁੱਖਾਂ ਵਿੱਚੋਂ ਲੰਘ ਕੇ ਹੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਸੋ ਭੈਣ ਜੀ ਹੁਣਾਂ ਨੇ ਬਹੁਤ ਹੀ ਅਹਿਮ ਗੱਲਾਂ ਗੁਰੂ ਰੂ ਪਿਆਰੀ ਸਾਧ ਸੰਗਤ ਜੀ ਸਾਡੇ ਨਾਲ ਕੀਤੀਆਂ ਨੇ। ਇੱਥੇ ਭੈਣ ਜੀ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ, ਜਿਵੇਂ ਕਿ ਸੰਗਤ ਏਡ ਮੈਡੀਕਲ ਕੇਅਰ ਫੰਡ ਵੱਲੋਂ ਬਹੁਤ ਹੀ ਵੱਡੇ ਉੱਦਮ ਉਪਰਾਲੇ ਕੀਤੇ ਜਾਂਦੇ ਨੇ ਪਿੰਡ ਪਿੰਡ ਨਗਰਾਂ ਦੇ ਵਿੱਚ ਜਾ ਕੇ, ਜਿੱਥੇ ਗਰੀਬ ਗੁਰਬਾ ਲੋੜਵੰਦ ਪਰਿਵਾਰ ਮੈਡੀਕਲ ਸਹੂਲਤ ਤੋਂ ਵਾਂਝੇ ਹੁੰਦੇ ਨੇ, ਸੰਗਤ ਦੀ
ਰਹਿਨੁਮਾਈ ਹੇਠ ਸੰਗਤ ਏਡ ਮੈਡੀਕਲ ਕੇਅਰ ਫੰਡ ਵੱਲੋਂ ਉਹਨਾਂ ਦਾ ਇਲਾਜ ਕਰਵਾਇਆ ਜਾਂਦਾ ਹੈ। ਸੰਗਤਾਂ ਨੂੰ ਕੀ ਬੇਨਤੀ ਕਰਨਾ ਚਾਹੁੰਦੇ? ਸੰਗਤਾਂ ਨੂੰ ਇਹੀ ਬੇਨਤੀ ਆ ਜੀ, ਜਿਹੜੇ ਸਾਡੇ ਬਾਹਰ ਵਿਦੇਸ਼ਾਂ ਵਿੱਚ ਬੈਠੇ ਸਾਡੇ ਸੱਜਣ ਨੇ, ਉਹਨਾਂ ਦਾ ਤੇ ਸਭ ਤੋਂ ਬਹੁਤ ਜ਼ਿਆਦਾ ਧੰਨਵਾਦ ਹੈ। ਮੈਡੀਕਲ ਕੇਅਰ ਫੰਡ ਜਿਹੜੇ ਸਾਡੀ ਸੰਸਥਾ ਚੱਲ ਰਹੀ ਏ, ਉਹਨਾਂ ਦਾ ਸਹਿਯੋਗ ਦੇਣ। ਜਿੰਨਾ ਵੀ ਉਹਨਾਂ ਦਾ ਦਸਵੰਧ ਜਿੰਨਾ ਵੀ ਮਤਲਬ ਕਿ ਉਹ ਦਸਵੰਧ ਕੱਢ ਸਕਦੇ ਆ, ਬਾਹਰ ਬੈਠੇ ਜਿਹੜੇ, ਇਹ ਨਹੀਂ ਕਿ ਉਹਨਾਂ ਦਾ ਪਰਿਵਾਰ ਨਹੀਂ ਹੈਗਾ, ਉਹਨਾਂ ਦਾ ਵੀ ਪਰਿਵਾਰ ਏ, ਠੀਕ ਹੈ, ਪਰ ਉਹ ਸਾਡੀ ਮਦਦ ਲਈ ਹਮੇਸ਼ਾ ਹਾਜ਼ਰ ਰਹਿੰਦੇ ਨੇ, ਠੀਕ ਹੈ। ਉਹਨਾਂ ਦੀਆਂ ਵੀ ਬਹੁਤ ਸਾਰੀਆਂ ਮੁਸ਼ਕਿਲਾਂ ਨੇ, ਬਾਹਰਲੇ ਦੇਸ਼ਾਂ ਵਿੱਚ ਰਹਿਣਾ ਬਹੁਤ ਹੀ ਔਖਾ ਹੁੰਦਾ ਏ, ਠੀਕ ਹੈ। ਆਪਣੀ ਡਿਊਟੀ ਤੋਂ ਆਉਣਾ, ਫਿਰ ਘਰਦਿਆਂ ਨੂੰ ਆ ਕੇ ਸੰਭਾਲਣਾ ਬਹੁਤ ਹੀ ਡਿਫਿਕਲਟ ਆ। ਪਰ ਮੇਨ ਪੁਆਇੰਟ ਇਹ ਆ ਕਿ ਅਗਰ ਉਹ ਸਾਡੀ ਇੰਨੀ ਜ਼ਿਆਦਾ ਮਦਦ ਕਰ ਰਹੇ ਆ, ਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪਣੀ ਜਿਹੜੀ ਸਾਡੀ ਦਸਾਂ ਨੂੰਹਾਂ ਦੀ ਕਿਰਤ ਵਾ, ਉਹਦੇ ਵਿੱਚੋਂ ਅਸੀਂ ਵੀ ਆਪਣਾ ਕੁਝ ਦਸਵੰਧ ਜਿਹੜਾ ਕੱਢੀਏ ਤੇ ਉਹਨਾਂ ਦੇ ਨਾਲ ਅਸੀਂ ਆਪਣਾ ਸਹਿਯੋਗ ਦੇਈਏ। ਸੰਗਤ ਏਡ ਮੈਡੀਕਲ ਕੇਅਰ ਫੰਡ ਨਾਲ ਜੁੜੀਆਂ ਹੋਈਆਂ ਸੰਗਤਾਂ ਨੂੰ ਜਿਵੇਂ ਕਿ ਪਤਾ ਹੀ ਹੈ ਕਿ ਅੱਜ ਅਸੀਂ ਪੱਟੀ ਸ਼ਹਿਰ ਦੇ ਵਿੱਚ ਭੈਣ ਪਲਵਿੰਦਰ ਕੌਰ ਜੀ, ਜਿਨ੍ਹਾਂ ਨੂੰ ਕਿ 1-1.5 ਸਾਲ ਤੋਂ ਚਮੜੀ ਦਾ ਰੋਗ ਹੈ, ਤੇ ਉਹਨਾਂ ਨੇ ਸੰਗਤ ਅੱਗੇ ਗੁਹਾਰ ਲਾਈ ਹੈ ਕਿ ਇਲਾਜ ਲਈ ਉਹਨਾਂ ਦਾ ਸਾਥ ਦਿੱਤਾ ਜਾਵੇ, ਤੇ ਅਸੀਂ ਉੱਥੇ ਹੀ ਮੌਜੂਦ ਹਾਂ ਉਹਨਾਂ ਦੇ ਘਰ ਵਿੱਚ। ਇੱਥੇ ਭੈਣ ਜੀ, ਸੰਗਤਾਂ ਨੂੰ ਕੀ ਬੇਨਤੀ ਕਰਨਾ ਚਾਹੁੰਦੇ? ਸੰਗਤਾਂ ਨੂੰ ਮੈਂ ਇਹੀ ਬੇਨਤੀ ਕਰਨੀ ਚਾਹੁੰਦੀ ਹਾਂ ਵੀ ਜਿਹੜੇ ਮਤਲਬ ਪਰਿਵਾਰ ਆਪਣਾ ਇਲਾਜ ਨਹੀਂ ਕਰਾ ਸਕਦੇ, ਉਹਨਾਂ ਦੀ ਸਹਾਇਤਾ ਕੀਤੀ ਜਾਵੇ। ਉਹ ਮਤਲਬ ਬਿਨਾਂ ਇਲਾਜ ਤੋਂ ਇਸ ਤਰ੍ਹਾਂ ਤੜਫ ਤੜਫ ਕੇ ਨਾ ਮਰ ਜਾਣਾ, ਉਹਨਾਂ ਦੀ ਸਹਾਇਤਾ ਕੀਤੀ ਜਾਵੇ, ਉਹਨਾਂ ਦਾ ਇਲਾਜ ਕਰਾਇਆ ਜਾਵੇ। ਆਪਣੇ ਜਿਹੜੇ ਵੀਰ ਭਰਾ ਜਿਹੜੇ ਸੁਸਾਇਟੀ ਵਾਲੇ ਆ, ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹ ਆਪਣਾ ਟਾਈਮ ਕੱਢ ਕੇ ਤੇ ਸੰਗਤਾਂ ਦੀ ਸੇਵਾ ਵਿੱਚ ਆਪਣਾ ਟਾਈਮ ਦਿੰਦੇ ਸੰਗਤਾਂ ਵਾਸਤੇ। ਮੈਂ ਉਹਨਾਂ ਵੀਰਾਂ ਨੂੰ ਕਿ ਇਹੀ ਪ੍ਰਮਾਤਮਾ ਗਾੜੀ ਅਰਦਾਸ ਕਰਦੀ ਹਾਂ, ਉਹਨਾਂ ਦੀ ਲੰਬੀ ਉਮਰ ਹੋਵੇ, ਸੱਚੇ ਪਾਤਸ਼ਾਹ ਉਹਨਾਂ ਨੂੰ ਇੰਨਾ ਕੁ ਦਵੇ ਕਿ ਕਦੀ ਥੁੜੇ ਨਾ। ਵੀ ਆ ਜਿਹੜਾ ਮੇਰਾ ਚਮੜੀ ਦਾ ਰੋਗ ਮੈਨੂੰ ਲੱਗ ਗਿਆ ਵਾ, ਇਹਦੇ ਵੱਲੋਂ ਵੀ ਮਤਲਬ ਮੈਨੂੰ ਦਵਾਈ ਲੈ ਕੇ ਦਿੱਤੀ ਜਾਵੇ। ਮੈਨੂੰ ਵੀ ਮਤਲਬ ਗਾਂ ਮੇਰੀ ਬੇਟੀ ਆ, ਮਤਲਬ ਇਹ ਰੋਗ ਗਾਂ ਫੈਲੇ ਨਾ, ਵਧੇ ਨਾ, ਕਿਸੇ ਹੋਰ ਪਰਿਵਾਰ ਨੂੰ ਨਾ ਲੱਗੇ ਜੇ ਮੈਨੂੰ ਤੇ ਲੱਗ ਗਿਆ ਵਾ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਕਿ ਆਪ ਸੰਗਤਾਂ ਦੇ ਨਾਲ ਸਾਂਝ ਪਾ ਹੀ ਚੁੱਕੇ ਹਾਂ ਕਿ ਅੱਜ ਅਸੀਂ ਪੱਟੀ ਸ਼ਹਿਰ ਦੇ ਵਿੱਚ ਭੈਣ ਪਲਵਿੰਦਰ ਕੌਰ ਜੀ, ਜਿਨ੍ਹਾਂ ਨੂੰ ਕਿ ਚਮੜੀ ਦਾ ਰੋਗ ਹੈ ਪਿਛਲੇ 1-1.5 ਸਾਲ ਤੋਂ, ਤੇ ਘਰ ਦੇ ਹਾਲਾਤ ਮੰਦੇ ਹੋਣ ਕਰਕੇ ਦਵਾਈ ਦਾਰੂ ਟਾਈਮ ਸਿਰ ਨਹੀਂ ਲੈ ਸਕੇ, ਤੇ ਉਹ ਰੋਗ ਉਹਨਾਂ ਦਾ ਵੱਧਦਾ ਜਾਂਦਾ ਹੈ। ਤੇ ਸੰਗਤ ਐਡ ਮੈਡੀਕਲ ਕੇਅਰ ਫੰਡ ਨੂੰ ਆਪ ਜੀ ਦੀ ਸੰਗਤਾਂ ਦੇ ਅੱਗੇ ਉਹਨਾਂ ਨੇ ਗੁਹਾਰ ਲਾਈ ਹੈ ਕਿ ਉਹਨਾਂ ਦੀ ਸਹਾਇਤਾ ਕੀਤੀ ਜਾਵੇ। ਸੋ ਸੰਗਤ ਜੀ, ਅਸੀਂ ਇਸ ਵਕਤ ਮੌਜੂਦ ਹਾਂ ਭੈਣ ਜੀ ਉਹਨਾਂ ਦੇ ਘਰੇ। ਉਹਨਾਂ ਦਾ ਪਿੱਛੇ ਤੁਸੀਂ ਦੇਖ ਹੀ ਸਕਦੇ ਹੋ ਕਿ ਇੱਕ ਕਮਰਾ ਹੈ ਛੋਟਾ ਜਿਹਾ, ਇੱਕ ਰਸੋਈ ਹੈ ਤੇ ਨਾਲ ਇੱਕ ਬਾਥਰੂਮ ਤੇ ਲੈਟਰਿੰਗ ਹੈ। ਇਹ ਵੀ ਸੰਗਤ ਜੀ ਆਪ ਜੀ ਦੀ ਜਾਣਕਾਰੀ ਲਈ ਮੈਂ ਦੱਸਦਾ ਜਾਵਾਂ ਕਿ ਭੈਣ ਜੀ ਉਹਨਾਂ ਨੇ ਇਹ ਜਿਹੜਾ ਘਰ ਹੈ ਨਾ, ਉਹਨਾਂ ਦੇ ਭੈਣ ਭਰਾਵਾਂ ਨੇ ਉਹਨਾਂ ਨੂੰ ਉਧਾਰੇ ਪੈਸੇ ਦੇ ਕੇ ਤੇ ਸਹਾਇਤਾ ਕੀਤੀ ਹੈ ਕਿ ਤੁਸੀਂ ਬਾਅਦ ਵਿੱਚ ਥੋੜ੍ਹੇ ਥੋੜ੍ਹੇ ਕਰਕੇ ਦੇ ਦੇਣਾ। ਇੱਥੋਂ ਤੱਕ ਕਿ ਜਿਹੜੀ ਇਹ ਜ਼ਮੀਨ ਵੀ ਆ, ਉਹਨਾਂ ਨੂੰ ਥੋੜ੍ਹੇ ਪੈਸੇ ਦੇ ਕੇ ਉਹਨਾਂ ਨੇ ਲਈਏ, ਤੇ ਹਾਲੇ 80,000 ਜਿਵੇਂ ਭੈਣ ਜੀ ਹੁਣੀ ਦੱਸ ਰਹੇ ਸੀ ਕਿ ਉਹਨਾਂ ਨੇ ਮਾਇਆ ਥਾਂ ਵਾਲਿਆਂ ਦੀ ਦੇਣੀ ਹੈ। ਸੋ ਜਿੱਥੇ ਸੰਗਤ ਜੀ ਆਪ ਜੀ ਦੇ ਅੱਗੇ ਭੈਣ ਪਲਵਿੰਦਰ ਕੌਰ ਜੀ ਮਦਦ ਦੀ ਗੁਹਾਰ ਕਰਦੀ ਏ, ਉੱਥੇ ਸੰਗਤ ਜੀ 1-2 ਬੇਨਤੀਆਂ ਮੈਂ ਆਪ ਜੀ ਦੇ ਨਾਲ ਕਰਨੀਆਂ ਚਾਹੁੰਦਾ ਏ ਕਿ ਥੋੜ੍ਹਾ ਕੁ ਸਮਾਂ ਪਹਿਲਾਂ ਭੈਣ ਜੀ ਹੁਣੇ ਹਾਲੇ ਇਲਾਜ ਦੀ ਗੱਲ ਸ਼ੁਰੂ ਹੀ ਹੋਈ ਸੀ ਕਿ ਉਹਨਾਂ ਨੇ ਆਪਣਾ ਇਲਾਜ ਹੋਇਆ ਵੀ ਨਹੀਂ, ਤੇ ਭੈਣ ਜੀ ਉਹਨਾਂ ਦੇ ਨਾਲ ਆਪਣੀ ਭੈਣ, ਜਿਨ੍ਹਾਂ ਦੇ ਕਿ ਘਰ ਵਾਲੇ ਦੇ ਲੱਤ ਦਾ ਆਪਰੇਟ ਹੋਇਆ ਸੀ, ਉਹਨਾਂ ਦੀ ਵੀ ਸਹਾਇਤਾ ਲਈ ਬੇਨਤੀ ਕੀਤੀ। ਤੇ ਮਨ ਦੇ ਵਿੱਚ ਬੜੀ ਖੁਸ਼ੀ ਆਈ ਕਿ ਕਿੰਨੇ ਵਿਸ਼ਾਲ ਹਿਰਦੇ ਦੇ ਮਾਲਕ ਨੇ ਭੈਣ ਜੀ ਹੁਣੀ, ਕਿ ਹਾਲੇ ਆਪਣਾ ਕਾਰਜ ਉਹਨਾਂ ਦਾ ਸਿੱਧ ਨਹੀਂ ਹੋਇਆ ਤੇ ਉਹ ਕਿਸੇ ਹੋਰ ਬਾਰੇ ਸੋਚਣ ਵੀ ਲੱਗ ਪਏ ਹਨ। ਇਹੀ ਅਸਲ ਦੇ ਵਿੱਚ ਗੁਰੂ ਨਾਨਕ ਮਹਾਰਾਜ ਜੀ ਦਾ ਸਿਧਾਂਤ ਹੈ, ਵੰਡ ਕੇ ਛਕਣ ਵਾਲਾ, ਜਿਹਨੂੰ ਮਹਾਰਾਜ ਦੀ ਬਾਣੀ ਨੇ ਇਹ ਗੱਲ ਕਹੀ ਹੈ, ਖਾਵੈ ਖਰਚੈ ਰਲ ਮਿਲ ਭਾਈ, ਟੋਟ ਨਾ ਆਵੈ ਵੱਧ ਹੋ ਜਾਈ। ਤੇ ਇਹੋ ਜੀ ਮਾਨਸਿਕਤਾ ਉਦੋਂ ਹੀ ਸਾਡੇ ਹਿਰਦੇ ਚੋਂ ਨਿਕਲ ਸਕਦੀ ਏ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਸਿਧਾਂਤ ਸਾਂਝਾ ਕੀਤਾ ਹੋਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਵੀ ਸਾਰਿਆਂ ਦੇ ਵਿੱਚ ਉਸ ਰੱਬੀ ਅਕਾਲ ਪੁਰਖ ਦੀ ਜੋਤ ਨੂੰ ਮਹਿਸੂਸ ਕਰਨਾ। ਸੋ ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਬਹੁਤ ਹੀ ਸੂਝਵਾਨ ਹੋ। ਵਿਦਵਾਨਾਂ ਦਾ ਇਹ ਗੱਲ ਕਹਿਣਾ ਹੈ ਕਿ ਦੁਕਾਨ ਦੇ ਉੱਪਰ ਜਦੋਂ ਅਸੀਂ ਕੋਈ ਸੌਦਾ ਲੈਣ ਜਾਈਏ ਨਾ, ਤੇ ਦੁਕਾਨ ਤੋਂ ਸਾਨੂੰ ਉਹੀ ਸੌਦਾ ਮਿਲਦਾ ਹੈ ਜਿਹੜਾ ਦੁਕਾਨ ਦੇ ਵਿੱਚ ਹੁੰਦਾ ਹੈ। ਇਸੇ ਹੀ ਤਰੀਕੇ ਨਾਲ ਮਨੁੱਖ ਦਾ ਹਿਰਦਾ ਵੀ ਇੱਕ ਦੁਕਾਨ ਹੈ। ਜੇ ਮਨੁੱਖ ਦੇ ਹਿਰਦੇ ਦੇ ਕੋਲ ਈਰਖਾ ਹੈ ਤਾਂ ਉਹ ਈਰਖਾ ਹੀ ਵੰਡੇਗਾ, ਜੇ ਉਸ ਦੇ ਕੋਲ ਪਿਆਰ ਹੈ ਤੇ ਉਹ ਪਿਆਰ ਹੀ ਵੰਡੇਗਾ। ਸੋ ਇਸ ਗੱਲ ਤੋਂ ਸਾਨੂੰ ਇਹ ਚੀਜ਼ ਮਹਿਸੂਸ ਹੁੰਦੀ ਹੈ ਕਿ ਭੈਣ ਪਲਵਿੰਦਰ ਕੌਰ ਜੀ ਤੋਂ ਸਾਨੂੰ ਸਾਰਿਆਂ ਨੂੰ ਇਹ ਗੱਲ ਸਿੱਖਣੀ ਚਾਹੀਦੀ ਹੈ। ਨਹੀਂ ਤੇ ਹਰ ਕੋਈ ਅੱਜ ਦੇ ਸਮੇਂ ਦੇ ਵਿੱਚ ਆਪਣੇ ਘਰ ਨੂੰ ਹੀ ਸਿਆਣਾ ਹੈ।
ਇੱਥੇ ਹੀ ਸਾਡੇ ਘਰ ਦੇ ਭੈਣ ਪਲਵਿੰਦਰ ਕੌਰ ਜੀ ਦੇ ਘਰ ਦੇ ਵਿੱਚ ਪੱਟੀ ਸ਼ਹਿਰ ਤੋਂ ਭਾਈ ਸਾਹਿਬ ਹੁਣੀ ਵੀ ਪਹੁੰਚੇ ਨੇ ਤੇ ਇਹਨਾਂ ਦੇ ਕੋਲੋਂ ਵੀ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਭਾਈ ਸਾਹਿਬ ਜੀ ਆਪ ਜੀ? ਆਪਣਾ ਨਾਮ ਜੀ ਜਸਪਾਲ ਸਿੰਘ ਹੈ ਜੀ। ਠੀਕ ਹੈ ਜੀ। ਕਿਹੜਾ ਨਗਰ ਹੈ ਭਾਈ ਸਾਹਿਬ ਜੀ ਆਪ? ਆਪਣਾ ਨਗਰ ਜੀ ਪਿੰਡ ਮਾਨਕਪੁਰਾ ਜੀ। ਠੀਕ ਹੈ ਜੀ। ਹਾਂਜੀ ਇਹ ਪੱਟੀ ਦੇ ਨੇੜੇ ਪੈਂਦਾ ਜੀ? ਹਾਂਜੀ, ਤਹਿਸੀਲ ਪੱਟੀ ਪੈਂਦੀ ਹੈ ਜੀ ਮਾਨਕਪੁਰੇ ਨੂੰ, ਪੱਟੀ ਦੇ ਨੇੜੇ ਹੀ ਹੈ ਜੀ। ਠੀਕ ਹੈ ਜੀ। ਕੋਈ 10 ਕਿਲੋਮੀਟਰ ਦੀ ਦੂਰੀ ਤੇ ਹੈ ਜੀ। ਠੀਕ ਹੈ ਜੀ। ਹਾਂਜੀ ਤੇ ਭਾਈ ਸਾਹਿਬ ਜੀ ਸੰਗਤ ਏਡ ਮੈਡੀਕਲ ਕੇਅਰ ਫੰਡ ਵੱਲੋਂ ਜਿਹੜੀਆਂ ਸੇਵਾਵਾਂ ਚੱਲ ਰਹੀਆਂ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਸੀ? ਇਹ ਜੀ ਮੈਂ NRI ਭਰਾਵਾਂ ਨੂੰ ਇਹੀ ਮੈਸੇਜ ਦੇਣਾ ਚਾਹਣਾ ਵਾਂ ਕਿ ਇਹ ਜੋ ਕਰ ਰਹੇ ਆ ਇਸ ਵਰਗਾ ਕੋਈ ਕਾਜ ਨਹੀਂ ਹੈਗਾ। ਜੇ ਅੱਜ ਆਪਾਂ ਕਿਤੇ ਪੈਸੇ ਬਾਹਰ ਆਪਾਂ ਦੇਣੇ ਵੀ ਆ ਉਹ ਥਾਂ ਹੀ ਨਹੀਂ ਲੱਗਦੇ, ਪਰ ਆ ਜਿਹੜੇ ਦੁਖੀ ਬੰਦੇ ਦੀ ਸੇਵਾ ਕਰਨੀ, ਮਦਦ ਕਰਨੀ, ਇਹ ਖਾਲਸਾ ਜੀ ਇੱਕ ਥਾਂ ਹੀ ਪੈ ਰਹੀ ਆ। ਅੱਜ ਬਾਹਰ ਦੇ ਹਾਲਾਤ ਆਪਾਂ ਵੇਖੀਏ ਤੇ ਇੰਨੇ ਕੁ ਮਾੜੇ ਹੋ ਚੁੱਕੇ ਆ ਕਿ ਖਾਸ ਕਰਕੇ ਆਪਾਂ ਪੰਜਾਬੀਆਂ ਦੇ ਇੰਨੇ ਕੁ ਦੁਸ਼ਮਣ ਬਣ ਚੁੱਕੇ ਆ ਕਿ ਬਹੁਤ ਜ਼ਿਆਦਾ ਵੱਡੀ ਮੁਸ਼ਕਲ ਆ। ਇਹ NRI ਭਰਾ ਵਾ ਜਿਹੜੇ ਹਰ ਦੁੱਖ ਹਰ ਸੁੱਖ ਦੇ ਨਾਲ ਵੇਖੀਦਾ ਬਾਹਰ ਅੰਦਰ ਕਿ ਇਹ ਆਪਣੇ ਨਾਲ ਖਲੋਂਦੇ ਆ। ਜੇ ਇਸ ਤਰ੍ਹਾਂ ਇਹ ਖਲੋਂਦੇ ਆ, ਇਸ ਤਰ੍ਹਾਂ ਆਪਣੇ ਪੰਜਾਬੀ ਭਰਾ ਇੱਥੇ ਵੀ ਖਲੋਣ ਤੇ ਆਪਣੇ ਪੰਜਾਬੀ ਭਰਾਵਾਂ ਤੇ ਕਿਸੇ ਵੀ ਕਿਸਮ ਦਾ ਦੁੱਖ ਆ ਹੀ ਨਹੀਂ ਸਕਦਾ। ਲੇਕਿਨ ਇਹਨਾਂ ਦਾ ਫਿਰ ਵੀ ਇਹ ਬੜਾ ਧੰਨਵਾਦ ਆ ਕਿ ਆਪਣੇ ਦੇਸ਼ ਤੋਂ ਦੂਰ ਰਹਿ ਕੇ ਵੀ ਆਪਦੇ ਦੇਸ਼ ਦੇ ਭੈਣ ਭਰਾਵਾਂ ਦੇ ਨਾਲ ਜੁੜੇ ਆ ਤੇ ਉਹਨਾਂ ਦੇ ਦੁੱਖ ਦਰਦ ਸਮਝਦੇ ਆ। ਇਹਨਾਂ ਦਾ ਬੜਾ ਹੀ ਆਸਰਾ ਵਾ ਤੇ ਇਹਨਾਂ ਅੱਗੇ ਇਹੀ ਆ ਕਿ ਮਹਾਰਾਜ ਇਹਨਾਂ ਨੂੰ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਬਖਸ਼ੇ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਭਾਈ ਸਾਹਿਬ ਜੀ ਇੱਥੇ ਮੈਂ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ ਹਾਂ, ਜਿਵੇਂ ਕਿ ਆਪ ਭੈਣ ਪਲਵਿੰਦਰ ਕੌਰ ਜੀ ਦੇ ਘਰ ਦੇ ਹਾਲਾਤ ਦੇਖ ਹੀ ਚੁੱਕੇ ਜੇ, ਤੁਸੀਂ ਇੱਕ ਪੁਰਸ਼ ਜੇ, ਪਰਿਵਾਰ ਵਾਲੇ ਜੇ, ਆਪਣੇ ਪਰਿਵਾਰ ਨੂੰ ਪਾਲਦੇ ਜੇ, ਤੁਸੀਂ ਕਿਰਤ ਕਮਾਈ ਕਰਕੇ ਸਾਰੀ ਦਿਹਾੜੀਓਂ ਤੇ ਆਪਣੇ ਘਰੇ ਆਉਂਦੇ ਨੇ, ਤੁਹਾਨੂੰ ਪਤਾ ਹੈ ਕਿ ਘਰ ਦੇ ਜਿਹੜੇ ਖਰਚੇ ਨੇ ਕਿੰਨੇ ਨੇ ਤੇ ਕਿਵੇਂ ਬੰਦਾ ਹੈਂਡਲ ਕਰਦਾ ਹੈ, ਕਿੱਥੇ ਜਾਨ ਕੱਢਦਾ ਹੈ ਤੇ ਕਿੱਥੇ ਪਾਉਂਦਾ ਹੈ। ਤੁਸੀਂ ਭੈਣ ਪਲਵਿੰਦਰ ਕੌਰ ਜੀ ਹੋਣਾ ਬਾਰੇ ਕੀ ਕਹਿਣਾ ਚਾਹੁੰਦੇ ਜੇ ਕਿ ਉਹਨਾਂ ਦੇ ਸਿਰ ਤੇ ਉਹਨਾਂ ਦੇ ਸਿਰ ਦਾ ਸਾਈਂ ਵੀ ਨਹੀਂ ਹੈ, ਫਿਰ ਵੀ ਉਹ ਹੌਸਲਾ ਨਾ ਛੱਡਦੇ ਹੋਏ ਤੇ ਆਪਣੀ ਕਿਰਤ ਕਮਾਈ ਕਰਕੇ ਪਰਿਵਾਰ ਦਾ ਨਿਭਾਅ ਕਰ ਰਹੇ? ਹਾਂਜੀ, ਇਹ ਭੈਣ ਪਲਵਿੰਦਰ ਕੌਰ ਆ ਜੀ। ਇਹਨਾਂ ਦਾ ਜਿਹੜਾ ਸਿਸਟਮ ਵੇਖਿਆ ਵਾ, ਕੰਡੀਸ਼ਨ ਵੇਖੀ ਆ, ਇਸ ਤਰ੍ਹਾਂ ਪਰਿਵਾਰ ਆਪਾਂ ਤਾਂ ਇਹ ਗੱਲ ਕਹਿੰਦੇ ਕਿ ਕਿਸੇ ਵੈਰੀ ਦੁਸ਼ਮਣ ਦੇ ਨਾਲ ਵੀ ਨਾ ਹੋਵੇ। ਲੇਕਿਨ ਜਿਹੜੀ ਇਸ ਟਾਈਮ ਕੰਡੀਸ਼ਨ ਆ, ਉਹਨਾਂ ਦਾ ਜਿਹੜਾ ਹਸਬੈਂਡ ਆ ਉਹ ਤਾਂ ਕਾਫੀ ਟਾਈਮ ਪਹਿਲਾਂ ਹੀ ਜਿਹੜੇ ਆ ਇਸ ਧਰਤੀ ਤੋਂ ਜਾ ਚੁੱਕੇ ਆ। ਬਾਕੀ ਹੁਣ ਬੱਚੀ ਆ ਇੱਕ ਤੇ ਆਪ ਵੀ ਚਮੜੀ ਰੋਗ ਤੋਂ ਪੀੜਤ ਆ। ਪਤਾ ਨਹੀਂ ਕਿਹੜੀਆਂ ਮੁਸ਼ਕਲਾਂ ਨਾਲ ਘਰਾਂ ਦੇ ਵਿੱਚ ਕੰਮ ਕਾਰ ਕਰਕੇ ਮੁਸ਼ਕਲਾਂ ਦੇ ਨਾਲ ਆਪਣੀ ਬੱਚੀ ਨੂੰ ਪਾਲ ਰਹੇ ਆ ਤੇ ਮੁਸ਼ਕਲਾਂ ਦੇ ਨਾਲ ਹੀ ਇਹ ਜ਼ਿੰਦਗੀ ਕੱਟ ਰਹੇ ਆ। ਇਹ ਘਰ ਆ ਤੇ ਘਰ ਵੀ ਇਹਨਾਂ ਨੇ ਹਿਸਾਬ ਨਾਲ ਲਾਉਣ ਤੇ ਲਿਆ ਹੋਇਆ ਵਾ। ਪੈਸੇ ਕਿਹੜੇ ਹਿਸਾਬ ਨਾਲ ਦੇਣੇ ਆ? ਇੱਕ ਮਨੁੱਖ ਜਿਹੜਾ ਹਰ ਦਿਨ ਕਮਾਈ ਕਰਦਾ ਵਾ ਉਹ ਤੋਂ ਵੀ ਆਪਦੇ ਕਰਜ਼ਿਆਂ ਦਾ ਹੱਲ ਨਹੀਂ ਹੁੰਦਾ। ਇਹ ਔਰਤ ਕਿਵੇਂ ਹੱਲ ਕਰਨ ਦੀ ਇਹ ਪਰਮਾਤਮਾ ਹੀ ਜਾਣਦਾ ਵਾ। ਲੇਕਿਨ ਆਪਾਂ ਇਹ ਕੋਸ਼ਿਸ਼ ਕਰੀਏ ਕਿ ਇਸ ਤਰ੍ਹਾਂ ਹੀ ਇਹਨਾਂ ਦੁਖੀਆਂ ਦੀ ਬਾਂਹ ਜਿਵੇਂ ਪਰਮਾਤਮਾ ਨੇ ਫੜੀ ਆ। ਪਰਮਾਤਮਾ ਦਾ ਦੂਜਾ ਰੂਪ ਇਹੀ ਆ ਕਿ ਜਿਹੜਾ ਮਨੁੱਖ ਆ ਉਹ ਸਦਾ ਹੀ ਦੂਸਰੇ ਦੀ ਸੇਵਾ ਕਰਕੇ ਹੀ ਖੁਸ਼ ਰਹਿੰਦਾ ਵਾ ਤੇ ਜਦੋਂ ਸੇਵਾ ਕਰਦਾ ਉਹਦੇ ਨਾਲ ਹੀ ਪਰਮਾਤਮਾ ਰਹਿੰਦਾ ਵਾ ਜੀ। ਠੀਕ ਹੈ ਜੀ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਭਾਈ ਸਾਹਿਬ ਹੁਣਾਂ ਦਾ। ਬੜੇ ਹੀ ਕੀਮਤੀ ਵਿਚਾਰ ਉਹਨਾਂ ਨੇ ਸੰਗਤ ਜੀ ਆਪ ਜੀ ਦੇ ਨਾਲ ਸਾਂਝੇ ਕੀਤੇ ਨੇ। ਇੱਥੇ ਇੱਕ ਦੋ ਬੇਨਤੀਆਂ ਮੈਂ ਭੈਣ ਪਲਵਿੰਦਰ ਕੌਰ ਹੁਣਾਂ ਲਈ ਵੀ ਕਰਨਾ ਚਾਹੁੰਦਾ ਵਾਂ। ਜਿਵੇਂ ਭਾਈ ਸਾਹਿਬ ਹੁਣਾਂ ਨੇ ਦੱਸਿਆ ਕਿ ਅੱਜ ਦੇ ਹਾਲਾਤ ਜਿਹੜੇ ਪੰਜਾਬ ਦੇ ਬਣੇ ਨੇ ਉਹ ਕਿੰਨੇ ਹੀ ਮੰਦਭਾਗੇ ਨੇ। ਜਿੰਨੀ ਮਹਿੰਗਾਈ ਹੈ, ਬੰਦੇ ਘਰ ਦੇ ਜੀ ਜਿੰਨੇ ਵੀ ਕਮਾਉਂਦੇ ਹੋਣ ਤੇ ਉਨਾ ਹੀ ਥੋੜ੍ਹਾ ਪੈਂਦਾ, ਫਿਰ ਵੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਭੈਣ ਪਲਵਿੰਦਰ ਕੌਰ ਜੀ ਆਪਣਾ ਸਾਥ ਨਹੀਂ ਛੱਡਦੇ ਹੋਏ। ਸੋ ਅੰਤ ਵਿੱਚ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਹਾਂ, ਸੰਗਤ ਏਡ ਮੈਡੀਕਲ ਕੇਅਰ ਫੰਡ ਵੱਲੋਂ ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਪਰਿਵਾਰ ਬਹੁਤ ਹੀ ਲੋੜਵੰਦ ਹੈ। ਘਰ ਦੇ ਵਿੱਚ ਕਮਾਉਣ ਵਾਲੇ ਭੈਣ ਜੀ ਪਲਵਿੰਦਰ ਕੌਰ ਜੀ ਇਕੱਲੇ ਨੇ। ਇੱਕ ਉਹਨਾਂ ਦੀ ਛੋਟੀ ਜੀ ਬੱਚੀ ਏ। ਜਿਵੇਂ ਸੰਗਤ ਜੀ ਆਪ ਜੀ ਨੂੰ ਉਹਨਾਂ ਨੇ ਦੱਸ ਹੀ ਚੁੱਕੇ ਨੇ ਕਿ ਸਕੂਲ ਦਾ ਕੰਮ ਆਉਂਦਾ ਸੀ, ਪਰ ਫੋਨ ਖਰਾਬ ਹੋਣ ਕਰਕੇ ਉਹ ਸਕੂਲ ਦਾ ਕੰਮ ਵੀ ਆਉਣਾ ਬੰਦ ਹੋ ਗਿਆ ਤੇ ਭੈਣ ਨੂੰ ਪੜ੍ਹਾਈ ਤੋਂ ਹਟਾਉਣਾ ਪਿਆ। ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿੱਥੇ ਉਹ ਆਪਣੇ ਘਰ ਦੇ ਹੀ ਖਰਚਿਆਂ ਨੂੰ ਮੈਨੇਜ ਕਰ ਰਹੇ ਨੇ, ਸੰਗਤ ਜੀ ਐਡਾ ਵੱਡਾ ਜਿਹੜਾ ਇਹ ਖਰਚਾ ਕੁਦਰਤੀ ਵਿਪਤਾ ਪੈ ਗਈ ਹੈ, ਇਹ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਉਹਦੇ ਨਾਲ ਲੜ ਸਕਦੇ ਨੇ। ਸੋ ਸੰਗਤ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਭੈਣ ਪਲਵਿੰਦਰ ਕੌਰ ਹੁਣਾਂ ਦਾ ਸਾਥ ਦੇ ਕੇ ਤੰਦਰੁਸਤ ਹੋਣ, ਤਾਂ ਜੋ ਫਿਰ ਆਪਣੇ ਪਰਿਵਾਰ ਦੇ ਵਿੱਚ ਰਾਜੀ ਖੁਸ਼ੀ ਹੋ ਕੇ ਤੁਰ ਫਿਰ ਸਕਣ। ਅੰਤ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।